बेसिक कंसैप्ट ऑफ माइक्रो इकोनॉमिक्स जो अपना दूसरा चैप्टर है माइक्रो इकोनॉमिक्स का। तो तो पहले जो अपने वीडियो बनाई सी ਉਹਦੇ ਵਿੱਚ ਆਪਾਂ ਨੇ ਕਰਿਆ ਸੀ ਕਲਾਸੀਫਿਕੇਸ਼ਨ ਆਫ ਗੁੱਡਸ। ਉਸ ਤੋਂ ਬਾਅਦ ਆਪਾਂ ਜਿਹੜੇ ਅਨਦਰ ਕਨਸੈਪਟ ਨੇ ਉਹ ਕਰਾਂਗੇ ਇਸ ਵੀਡੀਓ ਦੇ ਵਿੱਚ। ਤਾਂ ਅੱਜ ਆਪਣਾ ਜੋ ਮੇਨ ਆ ਜੀ ਉਹ ਆਪਣਾ ਹੈਗਾ ਇਨਵੈਸਟਮੈਂਟ ਵਾਲਾ ਕਨਸੈਪਟ ਵੀ ਇਨਵੈਸਟਮੈਂਟ ਕੀ ਹੁੰਦੀ ਹੈ। ਇਨਵੈਸਟਮੈਂਟ ਦਾ ਮਤਲਬ ਜੋ ਵੀ ਜਿਹੜਾ ਪ੍ਰੋਡਿਊਸਰ ਆ ਉਹਨੇ ਪੈਸਾ ਇਨਵੈਸਟ ਕੀਤਾ ਵਾ ਉਹ ਗੁੱਡਸ ਦੇ ਵਿੱਚ ਜਿਨ੍ਹਾਂ ਦੀ ਹੈਲਪ ਦੇ ਨਾਲ ਆਪਾਂ ਫਰਦਰ ਪ੍ਰੋਡਕਸ਼ਨ ਕਰਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ ਇਨਵੈਸਟਮੈਂਟ ਕਹਿੰਦੇ ਆ ਜੀ। ਇਨਵੈਸਟਮੈਂਟ ਨੂੰ ਆਪਾਂ ਹੋਰ ਕੀ ਕਹਿੰਦੇ ਆ ਜੀ ਆਪਣਾ ਨੇਮ ਇਹਨੂੰ ਕੈਪੀਟਲ ਫਾਰਮੇਸ਼ਨ ਵੀ ਕਿਹਾ ਜਾਂਦਾ। ਇਸ ਨੂੰ ਆਪਾਂ ਹੋਰ ਕੀ ਕਹਿੰਦੇ ਆ ਜੀ ਇਨਕਰੀਜ਼ ਇਨ ਸਟਾਕ ਆਫ कैपिटल। जो अपनी इन्वेस्टमेंट आ इन्हों ਆਪਾਂ कैपिटल फॉर्मेशन भी कहने ਆ ਤੇ ਜਿਹੜਾ ਆਪਣਾ ਇਨਵੈਸਟਮੈਂਟ ਨੂੰ ਆਪਾਂ ਹੋਰ ਕੀ ਕਹਿੰਦੇ ਜੀ ਇਨਕਰੀਜ਼ ਇਨ ਸਟਾਕ ਆਫ ਕੈਪੀਟਲ। ਤੇ ਇਨਵੈਸਟਮੈਂਟ ਦਾ ਮਤਲਬ ਆਪਾਂ ਨੇ ਕੀ ਕੀਤਾ ਵੀ ਉਹ ਗੁੱਡਸ ਜਿਨ੍ਹਾਂ ਦੇ ਵਿੱਚ ਆਪਾਂ ਇਨਵੈਸਟ ਕਰਦੇ ਆ ਜਿਨ੍ਹਾਂ ਦੀ ਹੈਲਪ ਦੇ ਨਾਲ ਆਪਾਂ ਫਰਦਰ ਪ੍ਰੋਡਕਸ਼ਨ ਕਰਦੇ ਆ ਉਹਨੂੰ ਆਪਾਂ ਇਨਵੈਸਟਮੈਂਟ ਕਹਿੰਦੇ ਆ। ਜੇ ਆਪਾਂ ਇਕਨੋਮੀ ਦੇ ਪੁਆਇੰਟ ਆਫ View ਦੇਖੀਏ ਤਾਂ ਉਸ ਦੇ ਅਕੋਰਡਿੰਗ ਮੀਨਿੰਗ ਕੀ ਹੈ ਵੀ ਆਪਣੀ ਕੰਟਰੀ ਦੇ ਵਿੱਚ ਟੋਟਲ ਕਿੰਨੀ ਪ੍ਰੋਡਕਸ਼ਨ ਹੋਈ ਆ ਆਫ ਕੈਪੀਟਲ ਗੁੱਡਸ ਇਨ ਦੀ ਜਿਹੜਾ ਆਪਣਾ ਅਕਾਊਂਟਿੰਗ ਈਅਰ। ਆਪਾਂ ਇਕਨੋਮੀ ਦੇ ਪੁਆਇੰਟ ਆਫ ਆਪਾਂ ਕੀ ਕਹਿੰਦੇ ਆ ਵੀ ਆਪਣੀ ਕੰਟਰੀ ਦੇ ਵਿੱਚ ਇੱਕ ਅਕਾਊਂਟਿੰਗ ਈਅਰ ਦੇ ਵਿੱਚ ਟੋਟਲ ਕਿੰਨੀ ਪ੍ਰੋਡਕਸ਼ਨ ਹੋਈ ਆ ਕੈਪੀਟਲ ਗੁੱਡਸ ਦੀ। ਤੇ ਉਸ ਤੋਂ ਬਾਅਦ ਜੋ ਆਪਣੀ ਇਨਵੈਸਟਮੈਂਟ ਆ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਜੀ। ਦੋ ਤਰ੍ਹਾਂ ਦੀ ਕਿਹੜੀ ਜੀ ਇੱਕ ਆਪਣੀ ਫਿਕਸ ਇਨਵੈਸਟਮੈਂਟ ਹੁੰਦੀ ਹੈ एक होंगी अपनी सी इन्वेंटरी इन्वेस्टमेंट। जो अपनी फिक्स इन्वेस्टमेंट आ ਇਹਦਾ मतलब ਹੁੰਦਾ जी इंक्रीज इन स्टॉक ऑफ फिक्स एसेट ऑफ द प्रोड्यूसर ड्यूरिंग द अकाउंटिंग ईयर। जो अपना प्रोड्यूसर आ जी ਉਹਨੇ जो पैसा इन्वेस्ट ਕੀਤਾ ਵਾ ਇਨ ਫਿਕਸ ਐਸਟ ਦੇ ਵਿੱਚ ਉਹਨੂੰ ਆਪਾਂ ਕੀ ਕਹਿੰਦੇ ਜੀ ਫਿਕਸ ਇਨਵੈਸਟਮੈਂਟ ਕਹਿੰਦੇ ਆ। ਜਿਵੇਂ ਮਸ਼ੀਨਰੀ ਹੋ ਗਈ ਜਿਵੇਂ ਬਿਲਡਿੰਗ ਹੋ ਗਈ फर्नीचर हो गया ਇਹਦੇ ਵਿੱਚ जो पैसा इन्वेस्ट ਕੀਤਾ ਵਾ ਜੀ प्रोड्यूसर ने ਉਹਦੀ ਕੀ ਹੋਊਗੀ ਫਿਕਸ ਇਨਵੈਸਟਮੈਂਟ ਹੋਊਗੀ ਜੀ। ਇਹਦਾ ਆਪਾਂ ਕੈਲਕੂਲੇਟ ਕਿਵੇਂ ਕਰਾਂਗੇ ਜੋ ਆਪਣੀ ਫਿਕਸ ਇਨਵੈਸਟਮੈਂਟ ਆ ਐਗਜ਼ਾਮਪਲ ਲੈ ਕੇ ਕਰਦੇ ਵੀ ਮੰਨ ਲਓ ਆਪਣੇ ਕੋਲੇ ਸਾਲ ਦੇ ਸਟਾਰਟਿੰਗ ਦੇ ਵਿੱਚ ਆਪਣੇ ਕੋਲੇ 8 ਮਸ਼ੀਨਸ ਨੇ ਤੇ ਸਾਲ ਦੇ ਐਂਡ ਦੇ ਵਿੱਚ ਆਪਣੇ ਕੋਲੇ ਕਿੰਨੀਆਂ ਹੋ ਗਈਆਂ ਜੀ 10 ਮਸ਼ੀਨਸ ਹੋ ਗਈਆਂ। ਤਾਂ ਆਪਣੇ ਕੋਲੇ ਚੇਂਜ ਕਿੰਨਾ ਆਇਆ ਜੀ 2 ਮਸ਼ੀਨ ਦਾ। ਤਾਂ ਜਿਹੜੀ ਆਪਣੇ 2 ਮਸ਼ੀਨਸ ਆਪਾਂ ਮਤਲਬ ਕਿ ਸਾਲ ਦੇ ਵਿੱਚ ਹੋਰ ਨਵੀਆਂ ਪਰਚੇਸ ਕਰੀਆਂ ਨੇ ਤਾਂ ਇਹਦੇ ਵਿੱਚ ਆਪਾਂ ਨੇ ਕੀ ਇਨਵੈਸਟਮੈਂਟ ਕੀਤੀ ਹੋਊਗੀ ਜੋ ਪ੍ਰੋਡਿਊਸਰ ਦੁਆਰਾ ਕੀਤੀ ਗਈ ਹੋਣੀ ਆ ਉਹਨੂੰ ਆਪਾਂ ਕੀ ਕਹਾਂਗੇ ਜੀ ਫਿਕਸ ਇਨਵੈਸਟਮੈਂਟ ਕਹਾਂਗੇ। ਜੋ ਪ੍ਰੋਡਿਊਸਰ ਦੁਆਰਾ ਕੀਤੀ ਜਾਂਦੀ ਹੈ ਜੋ ਆਪਣੀਆਂ ਮਸ਼ੀਨਸ ਹੋ ਗਈਆਂ ਬਿਲਡਿੰਗ ਆ ਇਹਨਾਂ ਨੂੰ ਆਪਾਂ ਕੀ ਆ ਯੂਜ਼ ਕਰਦੇ ਆ ਕਾਹਦੇ ਲਈ ਯੂਜ਼ ਕਰਦੇ ਜੀ ਫਰਦਰ ਪ੍ਰੋਡਕਸ਼ਨ ਕਰਨ ਦੇ ਲਈ। ਹੁਣ ਜਦੋਂ ਆਪਾਂ ਫਿਕਸ ਇਨਵੈਸਟਮੈਂਟ ਕਰਾਂਗੇ ਇਹਦਾ ਆਪਾਂ ਨੂੰ ਕੀ ਹੈ ਜੀ ਬੈਨੀਫਿਟ ਵੀ ਹੋਊਗਾ ਕੁਝ ਇਹਦਾ ਸਿਗਨੀਫੀਕੈਂਸ ਵੀ ਹੋਊਗਾ। ਫਿਕਸ ਇਨਵੈਸਟਮੈਂਟ ਦਾ ਸਿਗਨੀਫੀਕੈਂਸ ਕੀ ਹੋਊਗਾ ਜੀ ਇਹਦਾ ਵੀ ਜੋ ਆਪਣੀ ਫਿਕਸ ਇਨਵੈਸਟਮੈਂਟ ਆ ਵੀ ਜੇ ਇਹਦੇ ਨਾਲ ਕੀ ਹੋਊਗਾ ਵੀ ਜਿਹੜੀ ਆਪਣੀ ਪ੍ਰੋਡਿਊਸਰ ਦੀ ਜਿਹੜੀ ਪ੍ਰੋਡਕਸ਼ਨ ਕੈਪੈਸਿਟੀ ਆ ਉਹ ਕੀ ਹੋਊਗੀ ਇਨਕਰੀਜ਼ ਹੋਊਗੀ ਜੀ ਪ੍ਰੋਡਕਸ਼ਨ ਕੈਪੈਸਿਟੀ। ਜੋ ਉਸ ਤੋਂ ਬਾਅਦ ਜੇ ਆਪਣੀ ਪ੍ਰੋਡਕਸ਼ਨ ਕੈਪੈਸਿਟੀ ਇਨਕਰੀਜ਼ ਹੋ ਤਾਂ ਪ੍ਰੋਡਕਸ਼ਨ ਕੈਪੈਸਿਟੀ ਇਨਕਰੀਜ਼ ਹੋਣ ਦੇ ਨਾਲ ਜਿਹੜਾ ਆਪਣਾ ਆਊਟਪੁੱਟ ਦਾ ਲੈਵਲ ਆ ਜਿਹੜੀ ਆਪਣੀ ਆਊਟਪੁੱਟ ਆ ਉਹ ਵੀ ਕੀ ਹੋ ਜਾਣੀ ਹੈ ਜੀ ਇੱਥੇ ਇਨਕਰੀਜ਼ ਹੋ ਜਾਣੀ। ਇਨਕਰੀਜ਼ ਕਿਉਂ ਵੀ ਮੰਨ ਲਓ ਵੀ ਆਪਣੇ ਕੋਲ ਪਹਿਲਾਂ 8 ਮਸ਼ੀਨ ਸੀ ਉਹਦੇ ਨਾਲ ਪ੍ਰੋਡਕਸ਼ਨ ਹੁੰਦੀ ਸੀ ਹੁਣ ਆਪਣੇ ਕੋਲ 10 ਮਸ਼ੀਨਸ ਹੋ ਗਈਆਂ ਤਾਂ ਪ੍ਰੋਡਕਸ਼ਨ ਕੈਪੈਸਿਟੀ ਵਧੀ ਆ। ਜੇ 10 ਮਸ਼ੀਨਸ ਹੋ ਗਈਆਂ ਜੀ ਆਪਣਾ ਜਿਹੜੀ ਆਊਟਪੁੱਟ ਆਪਾਂ ਵੱਧ ਕਰ ਸਕਦੇ ਆ ਇਹਨਾਂ ਦਾ ਆਪਣਾ ਆਊਟਪੁੱਟ ਦਾ ਲੈਵਲ ਕੀ ਆ ਉਹ ਇਨਕਰੀਜ਼ ਹੋ ਜਾਊਗਾ। ਜੇ ਕੰਟਰੀ ਦੇ ਵਿੱਚ ਆਊਟਪੁੱਟ ਦਾ ਲੈਵਲ ਇਨਕਰੀਜ਼ ਹੋਊਗਾ ਤੇ ਇਹਦੇ ਨਾਲ ਜਿਹੜੀ ਆਪਣੀ ਕੰਟਰੀ ਦੀ ਆ ਜੋ ਜੀਡੀਪੀ ਕਹਿੰਦੇ ਆ ਜਿਹਨੂੰ ਆਪਾਂ ਉਹ ਕੀ ਹੋਊਗੀ ਜੀ ਇਨਕਰੀਜ਼ ਹੋਊਗੀ। ਤੇ ਇਹਦਾ ਫਿਕਸ ਇਨਵੈਸਟਮੈਂਟ ਆ ਇਹਦਾ ਕੋਈ ਬੈਨੀਫਿਟ ਮਿਲਦਾ ਵੀ ਆਪਣੀ ਜਿਹੜੀ ਪ੍ਰੋਡਕਸ਼ਨ ਕੈਪੈਸਿਟੀ ਆ ਉਹ ਇਨਕਰੀਜ਼ ਹੋ ਜਾਂਦੀ ਹੈ ਜੀ ਤੇ ਜਿਹੜਾ ਆਪਣਾ ਆਊਟਪੁੱਟ ਆ ਉਹ ਇਨਕਰੀਜ਼ ਹੋਊਗਾ। ਜੇ ਆਊਟਪੁੱਟ ਇਨਕਰੀਜ਼ ਹੋਊਗੀ ਤਾਂ ਆਪਣਾ ਜਿਹੜਾ ਜੀਡੀਪੀ ਆ ਉਹ ਵੀ ਆਪਣੀ ਕੀ ਆ ਗਰੋ ਕਰੂਗੀ ਇਨਕਰੀਜ਼ ਹੋਊਗੀ। ਤੇ ਉਸ ਤੋਂ ਬਾਅਦ ਕਰਦੇ ਹਾਂ ਆਪਾਂ ਇਨਵੈਂਟਰੀ ਇਨਵੈਸਟਮੈਂਟ। जो अपनी इन्वेंटरी इन्वेस्टमेंट आ ਇਹਦੇ ਵਿੱਚ ਪਹਿਲਾਂ ਆਪਾਂ ਦੇਖਦੇ ਹਾਂ ਮੇਨ ਕਿਹੜੇ ਕਨਸੈਪਟ ਨੇ। ਜੋ ਆਪਣਾ ਇਨਵੈਂਟਰੀ ਸਟਾਕ ਹੁੰਦਾ ਉਹਦੇ ਵਿੱਚ 3 ਪਾਰਟ ਆਉਂਦੇ ਨੇ ਜੀ। ਕਿਹੜਾ ਪਾਰਟ ਹੁੰਦਾ ਆਪਣਾ ਜੋ ਇਨਵੈਂਟਰੀ ਸਟਾਕ ਆ ਜੀ ਪਹਿਲੇ ਦੇ ਵਿੱਚ ਆਊਗਾ ਜੀ ਵੀ ਆਪਣੇ ਕੋਲੇ ਕਿੰਨਾ ਅਨਸੋਲਡ ਗੁੱਡਸ ਪਈਆਂ ਨੇ।
ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਆਪਣੇ ਕੋਲੇ ਕਿੰਨਾ ਰॉ ਮਟੀਰੀਅਲ ਆ। ਉਸ ਤੋਂ ਬਾਅਦ ਹੀ ਆਪਾਂ ਦੇਖਦੇ ਹਾਂ ਵੀ ਆਪਣੇ ਕੋਲੇ ਕਿੰਨੀਆਂ ਜਿਹੜੀਆਂ ਗੁੱਡ ਨੇ ਉਹਨਾਂ ਦੇ ਉੱਪਰ ਪ੍ਰੋਸੈਸਿੰਗ ਹੋ ਰਹੀ ਆ, ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਆ ਜੀ ਸੈਮੀ ਫਿਨਿਸ਼ਡ ਗੁੱਡਸ। ਇਹਨਾਂ ਤਿੰਨਾਂ ਨੂੰ ਮਿਲਾ ਕੇ ਜੋ ਆਪਣੇ ਕੋਲੇ ਵੈਲਿਊ ਕੈਲਕੂਲੇਟ ਹੋ ਕੇ ਆਉਂਦੀ ਆ ਉਹ ਕਿਹੜੀ ਆਉਂਦੀ ਜੀ ਇਨਵੈਂਟਰੀ ਸਟਾਕ। ਜੋ ਆਪਣਾ ਡੂਰਿੰਗ ਦਾ ਈਅਰ ਅਕਾਊਂਟਿੰਗ ਈਅਰ ਦੇ ਵਿੱਚ ਇਹਦੇ ਵਿੱਚ ਚੇਂਜ ਆਇਆ ਕਲੋਜ਼ਿੰਗ ਸਟਾਕ ਮਾਈਨਸ ਜੋ ਆਪਣਾ ਓਪਨਿੰਗ ਸਟਾਕ ਹੈ। ਜੋ ਕਲੋਜ਼ਿੰਗ ਸਟਾਕ ਮਾਈਨਸ ਓਪਨਿੰਗ ਸਟਾਕ ਆਫ ਇਨਵੈਂਟਰੀ ਸਟਾਕ ਹੈ ਜਿਹੜਾ ਉਹ ਆਪਾਂ ਆਪਣੇ ਕੋਲੇ ਕੀ ਆਊਗਾ ਜੀ ਇਨਵੈਂਟਰੀ ਇਨਵੈਸਟਮੈਂਟ ਆਊਗੀ। ਜਦੋਂ ਆਪਾਂ ਕਲੋਜ਼ਿੰਗ ਸਟਾਕ ਦੇ ਵਿੱਚੋਂ ਓਪਨਿੰਗ ਸਟਾਕ ਨੂੰ ਕੀ ਕਰਾਂਗੇ ਮਾਈਨਸ ਕਰਾਂਗੇ ਤਾਂ ਆਪਣੇ ਕੋਲੇ ਕੀ ਹੈ ਇਨਵੈਂਟਰੀ ਇਨਵੈਸਟਮੈਂਟ ਆ ਜਾਊਗੀ। ਇਸ ਤਰ੍ਹਾਂ ਜਿਵੇਂ ਹੁਣ ਆਪਾਂ ਨੂੰ ਫਿਕਸ ਇਨਵੈਸਟਮੈਂਟ ਦੀ ਸਿਗਨੀਫੀਕੈਂਸ ਆਈ ਸੀ, ਇਸ ਤਰ੍ਹਾਂ ਇਨਵੈਂਟਰੀ ਇਨਵੈਸਟਮੈਂਟ ਦੀ ਵੀ ਸਿਗਨੀਫੀਕੈਂਸ ਕੀ ਆ ਵੀ ਜੋ ਆਪਣੇ ਕੋਲ ਜੇ ਪ੍ਰੋਪਰ ਇਨਵੈਸਟਮੈਂਟ ਕੀਤੀ ਹੋਊਗੀ ਇਨਵੈਂਟਰੀ ਦੇ ਵਿੱਚ ਤਾਂ ਆਪਣੀ ਜੋ ਸਪਲਾਈ ਆ ਜੋ ਆਪਾਂ ਪ੍ਰੋਡਕਸ਼ਨ ਕਰ ਰਹੇ ਆ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ। ਜੋ ਆਪਣੀ ਪ੍ਰੋਡਕਸ਼ਨ ਆ ਉਹ ਕੰਟੀਨਿਊ ਕੀ ਹੋਈ ਜਾਂਦੀ ਆ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਊਗੀ ਜੇ ਆਪਣੇ ਪ੍ਰੋਪਰ ਇਨਵੈਂਟਰੀ ਇਨਵੈਸਟਮੈਂਟ ਕਰੀਏ। ਉਸ ਤੋਂ ਬਾਅਦ ਜੇ ਆਪਣੇ ਪ੍ਰੋਪਰ ਇਨਵੈਸਟਮੈਂਟ ਕਰੀਏ ਇਨਵੈਂਟਰੀ ਦੇ ਵਿੱਚ ਤਾਂ ਆਪਾਂ ਨੂੰ ਡੇਲੀ ਮਾਰਕੀਟ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ। ਜਿਵੇਂ ਆਪਾਂ ਘਰ ਦੀ ਵੀ ਗੱਲ ਕਰੀਏ ਵੀ ਆਪਾਂ ਜੋ ਮਹੀਨੇ ਦੇ ਵਿੱਚ ਆਪਾਂ ਨੇ ਕੰਜ਼ੰਪਸ਼ਨ ਕਰਨੀ ਹੁੰਦੀ ਆ ਉਹਦਾ ਆਪਾਂ ਇੱਕ ਵਾਰੀ ਕੀ ਸਮਾਨ ਲਿਆ ਕੇ ਰੱਖ ਲੈਂਦੇ ਆ ਘਰ, ਠੀਕ ਹੈ ਜੀ। ਤਾਂ ਆਪਾਂ ਨੂੰ ਬਾਰ-ਬਾਰ ਡੇਲੀ ਕਿਸੇ ਦੁਕਾਨ ਦੇ ਉੱਪਰ ਜਾ ਕੇ ਪਰਚੇਸ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ। ਤਾਂ ਇਸ ਤਰ੍ਹਾਂ ਹੀ ਆਪਣਾ ਬਿਜ਼ਨਸ ਦੇ ਵਿੱਚ ਵੀ ਆਪਣੇ ਪ੍ਰੋਪਰ ਇਨਵੈਂਟਰੀ ਦੇ ਵਿੱਚ ਇਨਵੈਸਟਮੈਂਟ ਕੀਤੀ ਹੋਊਗੀ ਤਾਂ ਆਪਾਂ ਨੂੰ ਡੇਲੀ ਮਾਰਕੀਟ ਦੇ ਵਿੱਚ ਕੀ ਜਾਣ ਦੀ ਲੋੜ ਨਹੀਂ ਪਊਗੀ। ਜੋ ਇਸ ਕਰਕੇ ਜੋ ਇਹਦੀ ਆਪਣੀ ਸਪਲਾਈ ਆ ਉਹ ਕੰਟੀਨਿਊ ਕੀ ਮਤਲਬ ਚੱਲਦੀ ਰਹਿੰਦੀ ਆ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਹੈ। ਸੋ ਨੈਕਸਟ ਕਨਸੈਪਟ ਹੈ ਜੀ ਉਹ ਹੈਗਾ ਜੀ ਗ੍ਰੋਸ ਇਨਵੈਸਟਮੈਂਟ। ਇੱਕ ਹੈਗਾ ਜੀ ਆਪਣੇ ਕੋਲੇ ਨੈਟ ਇਨਵੈਸਟਮੈਂਟ। ਜੋ ਆਪਣੀ ਗ੍ਰੋਸ ਇਨਵੈਸਟਮੈਂਟ ਆ ਇਹਦਾ ਮਤਲਬ ਕੀ ਹੈ ਵੀ ਜੋ ਆਪਾਂ ਨੇ ਸਾਲ ਦੇ ਵਿੱਚ ਵੀ ਆਪਾਂ ਨੇ ਜੋ ਨਿਊ ਮਸ਼ੀਨਸ ਪਰਚੇਸ ਕਰੀਆਂ ਨੇ ਉਹਨਾਂ ਦੇ ਉੱਪਰ ਜੋ ਖਰਚਾ ਪੇ ਕੀਤਾ ਪਲੱਸ ਜੋ ਆਪਾਂ ਨੇ ਕੋਈ 올ਡ ਮਸ਼ੀਨਰੀ ਆ ਉਹ ਰਿਪਲੇਸ ਕੀਤੀ ਆ ਜੋ ਡੈਪਰੀਸ਼ੀਏਟ ਹੋਈ ਆ ਉਹਦੇ ਉੱਪਰ ਜੋ ਖਰਚਾ ਕੀਤਾ, ਦੋਨਾਂ ਨੂੰ ਮਿਲਾ ਕੇ ਜੋ ਆਪਣੇ ਕੋਲ ਵੈਲਿਊ ਕੈਲਕੂਲੇਟ ਹੋ ਕੇ ਆਉਂਦੀ ਹੈ ਉਹ ਹੁੰਦੀ ਜੀ ਆਪਣੀ ਗ੍ਰੋਸ ਇਨਵੈਸਟਮੈਂਟ। ਜਿਵੇਂ ਐਗਜ਼ਾਮਪਲ ਜੀ ਆਪਾਂ ਨੇ ਇੱਕ ਨਿਊ ਮਸ਼ੀਨਰੀ ਖਰੀਦੀ ਹੈ, ਉਹਦੀ ਜੋ ਵੈਲਿਊ ਮੰਨ ਲਓ ਆਪਣੇ ਕੋਲੇ ਕੀ ਆ 1 ਲੱਖ। ਤੇ ਇੱਕ ਹੋਰ ਪਲੱਸ ਆਪਾਂ ਕੀ ਕਰ ਰਹੇ ਹਾਂ ਜੀ ਕੋਈ ਆਪਣੀ ਜੋ 올ਡ ਮਸ਼ੀਨਰੀ ਨੂੰ ਆਪਣੇ ਰਿਪਲੇਸ ਕੀਤਾ ਔਰ ਰਿਪਲੇਸਮੈਂਟ ਕਰਨ ਤੇ ਜੋ ਆਪਣਾ ਖਰਚਾ ਆਇਆ ਜੀ ਆਫ ਜਿਹੜੀ ਆਪਣੀ 올ਡ ਮਸ਼ੀਨਰੀ ਆ ਉਹ ਮੰਨ ਲਓ ਆਪਣੇ ਕੋਲੇ ਆਇਆ ਜੀ 20,000। ਤਾਂ ਆਪਣੇ ਕੋਲ ਜੀ ਟੋਟਲ ਅਮਾਉਂਟ ਆ ਗਈ ਜੀ ਉਹ 1 ਲੱਖ ਆਪਣੇ ਕੋਲੇ ਕਿੰਨੀ ਆ ਜੂਗੀ ਜੀ 20,000 ਆ ਜਾਊਗੀ। ਜੋ ਆਪਣੀ ਇਹ ਵੈਲਿਊ ਆਈ ਆ ਟੋਟਲ ਉਹ ਆਪਣੀ ਕੀ ਹੋਊਗੀ ਗ੍ਰੋਸ ਇਨਵੈਸਟਮੈਂਟ। ਗ੍ਰੋਸ ਇਨਵੈਸਟਮੈਂਟ ਦੇ ਵਿੱਚ ਕਿਹੜੇ ਖਰਚੇ ਇਨਕਲੂਡ ਹੁੰਦਾ ਜੀ ਜੋ ਆਪਾਂ ਨਿਊ ਮਸ਼ੀਨਰੀ ਪਰਚੇਸ ਕਰਦੇ ਹਾਂ ਕੋਈ ਵੀ ਪਲੱਸ ਜੋ ਵੀ ਆਪਾਂ ਨੇ ਵੀ 올ਡ ਮਸ਼ੀਨਰੀ ਜੋ ਡੈਪਰੀਸ਼ੀਏਟ ਹੋਈ ਆ ਉਹਦੇ ਉੱਪਰ ਜੋ ਖਰਚਾ ਕੀਤਾ ਉਹਨੂੰ ਰਿਪਲੇਸਮੈਂਟ ਦੇ ਲਈ। ਉਸ ਤੋਂ ਬਾਅਦ ਆ ਗਈ ਆਪਣਾ ਨੈਟ ਇਨਵੈਸਟਮੈਂਟ। ਜਿਵੇਂ ਨੈਟ ਇਨਵੈਸਟਮੈਂਟ ਮੰਨ ਲਓ ਵੀ ਆਪਣੇ ਕੋਲ ਕੀ ਆ ਜਿਹਦੀ ਗ੍ਰੋਸ ਇਨਵੈਸਟਮੈਂਟ ਹੋਈ ਆ ਮੰਨ ਲਓ ਆਪਣੇ ਕੋਲ ਜੀ 1,50,000 ਹੈ ਜੀ, ਠੀਕ ਹੈ। ਸਾਲ ਦੇ ਵਿੱਚ ਮੰਨ ਲਓ ਵੀ ਆਪਣੀ ਜਿਹੜੀ ਡੈਪਰੀਸ਼ੀਏਟ ਹੋਈ ਨੇ ਮਸ਼ੀਨਰੀ ਆ ਉਹਦੀ ਵੈਲਿਊ ਕਿੰਨੀ ਆ ਮੰਨ ਲਓ 20,000। ਤਾਂ ਜੋ ਆਪਣੇ ਕੋਲ ਟੋਟਲ ਵੈਲਿਊ ਆਉਣੀ ਆ ਉਹ ਆ ਗਈ ਜੀ 130,000। ਤਾਂ ਜਿਹੜਾ ਆਪਣਾ ਇਹ ਵੈਲਿਊ ਆਈ ਆ ਉਹ ਆਪਣੀ ਹੈਗੀ ਜੀ ਨੈਟ ਇਨਵੈਸਟਮੈਂਟ, ਠੀਕ ਹੈ ਜੀ। ਜਦੋਂ ਮੰਨ ਲਓ ਵੀ ਆਪਣੇ ਕੋਲ ਦੀ ਟੋਟਲ ਫਿਕਸ ਇਨਵੈਸਟਮੈਂਟ ਸੀ ਉਹ ਕਿੰਨੀ ਸੀ 150,000 ਸੀ। ਜੋ ਸਾਲ ਦੀ ਮਾਲ ਆਪਣੇ ਕੋਲ ਜਿਹੜੀ ਅਮਾਉਂਟ ਆਈ ਸੀ ਡੈਪਰੀਸ਼ੀਏਟਡ ਜੋ ਆਪਣਾ ਹੋਇਆ ਵਾ ਸਾਲ ਦੇ ਵਿੱਚ ਉਹ ਕਿੰਨਾ ਹੋਇਆ ਵਾ 20,000। ਜਦੋਂ ਆਪਾਂ ਉਹ ਗ੍ਰੋਸ ਇਨਵੈਸਟਮੈਂਟ ਦੇ ਵਿੱਚੋਂ ਜੋ ਆਪਣੀ ਜੋ ਡੈਪਰੀਸ਼ੀਏਸ਼ਨ ਆਈ ਆ ਉਹਨੂੰ ਆਪਾਂ ਕੀ ਕਰ ਦਈਏ ਮਾਈਨਸ ਕਰ ਦਈਏ ਤਾਂ ਆਪਣੇ ਕੋਲ ਜੋ ਵੈਲਿਊ ਆਉਂਦੀ ਹੈ ਕੈਲਕੂਲੇਟ ਹੋ ਕੇ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਨੈਟ ਇਨਵੈਸਟਮੈਂਟ। ਜੋ ਆਪਾਂ ਅੱਜ ਕਨਸੈਪਟ ਕਰੇ ਜੀ ਪਹਿਲਾਂ ਇਨਵੈਸਟਮੈਂਟ ਕੀ ਹੁੰਦੀ ਆ ਉਹਦੀਆਂ ਕਿਹੜੀਆਂ ਟਾਈਪਸ ਸੀ ਆਪਣੀ ਜੋ ਫਿਕਸ ਇਨਵੈਸਟਮੈਂਟ ਤੇ ਇਨਵੈਂਟਰੀ ਇਨਵੈਸਟਮੈਂਟ। ਉਸ ਤੋਂ ਬਾਅਦ ਜੋ ਆਪਣੇ ਜੋ ਨੈਕਸਟ ਕਨਸੈਪਟ ਕੀਤਾ ਸੀ ਜੀ ਗ੍ਰੋਸ ਇਨਵੈਸਟਮੈਂਟ ਐਂਡ ਨੈਟ ਇਨਵੈਸਟਮੈਂਟ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਹੀ ਤਰੀਕੇ ਨਾਲ ਸਮਝ ਆ ਗਏ ਹੋਣਗੇ। ਜੋ ਆਪਣੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਥੈਂਕ ਯੂ ਜੀ।